तेरे कवन कवन गुण कह कह गावा, तू साहिब गुणी निधाना। तुमरी महिमा बरन ना साको, तू ठाकुर ऊच भगवाना। तुमरी महिमा बरन न साको, तू ठाकुर ऊच भगवाना। जगत गुरु धन 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 ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਜਪਜੀ ਸਾਹਿਬ ਦੀ ਬਾਣੀ ਦੀ ਅਸੀਂ ਵਿਚਾਰ ਕਰ ਰਹੇ ਹਾਂ। ਅੱਜ 11ਵੀਂ ਪੌੜੀ ਤੋਂ ਵਿਚਾਰ ਆਰੰਭ ਹੋਣ ਜਾ ਰਹੀ ਹੈ। ਅੱਜ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਬਹੁਤ ਹੀ ਪਿਆਰ ਸਹਿਤ ਰਸਪਿੰਨੀ ਆਵਾਜ਼ ਵਿੱਚ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਜੀ ਨੇ ਜਗਤ ਨੂੰ ਸਚਿਆਰ ਹੋਣ ਦੀ ਪ੍ਰੇਰਨਾ ਦਿੱਤੀ। ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟੇ ਪਾਲ, ਸਚਿਆਰ ਕਿਵੇਂ ਬਣੀਏ, ਸਾਡੀ ਝੂਠ ਦੀ ਦੀਵਾਰ ਕਿਵੇਂ ਟੁੱਟੇ। ਇਹਦਾ ਇੱਕੋ ਇੱਕ ਸਾਧਨ ਹੈ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਉਸ ਮਾਲਕ ਦੇ ਹੁਕਮ ਦੇ ਵਿੱਚ ਆ ਜਾਣਾ, ਰੱਬੀ ਨਿਯਮਾਂ ਦੇ ਮੁਤਾਬਕ ਜ਼ਿੰਦਗੀ ਨੂੰ ਬਤੀਤ ਕਰਨਾ। ਹੇ ਨਾਨਕ, ਇਹ ਰੀਤ ਧੁਰੋਂ ਤੋਂ ਹੀ ਲਿਖੀ ਹੋਈ ਹੈ, ਜਦੋਂ ਤੋਂ ਸੰਸਾਰ ਬਣਿਆ ਹੈ। ਇੱਕੋ ਇੱਕ ਸਾਧਨ ਹੈ, ਮਾਲਕ ਦੇ ਹੁਕਮਾਂ ਦੇ ਅਨੁਸਾਰ ਜ਼ਿੰਦਗੀ ਨੂੰ ਬਤੀਤ ਕਰਨਾ। ਉਸ ਮਾਲਕ ਦੇ ਹੁਕਮ ਕੀ ਨੇ, ਇਹ ਗੁਰੂ ਜੀ ਸਮਝਾਉਂਦੇ ਨੇ ਗਿਆਨ ਦੇ ਕੇ। ਤੇ ਜਿਹੜਾ ਗੁਰੂ ਦੇ ਗਿਆਨ ਨੂੰ ਸੁਣ ਲੈਂਦਾ ਹੈ, ਮਨ ਨੂੰ ਕੀਮਤੀ ਰਤਨ ਜਵਾਹਰਾਤ ਜਿਹੜੇ ਉਹਦੀ ਮੱਤ ਵਿੱਚ ਵਸੇ ਹੋਏ ਨੇ ਉਹ ਪ੍ਰਗਟ ਹੋ ਜਾਂਦੇ ਨੇ। ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਦੀ ਸਿੱਖਿਆ ਜ਼ਿੰਦਗੀ ਬਦਲ ਦਿੰਦੀ ਹੈ। ਗੁਰੂ ਦੀ ਸਿੱਖਿਆ ਸੁਣ ਕੇ ਕੀ ਕੀ ਤਬਦੀਲੀ ਆਉਂਦੀ ਹੈ, ਅੱਜ ਦੀ ਵਿਚਾਰ ਅਸੀਂ ਆਰੰਭ ਕਰ ਰਹੇ ਹਾਂ। ਸਤਿਗੁਰੂ ਪਾਤਸ਼ਾਹ ਅੱਜ ਸਾਡੇ ਤੇ ਮਿਹਰਾਮਤ ਕਰ ਰਹੇ ਹਨ। ਸੁਣਿਆ ਸਰਾਂ ਗੁਣਾ ਕੇ ਗਾ, ਸੁਣਿਆ ਮੈਨੇ ਗੁਰੂ ਜੀ ਦੀ ਸੱਚੀ ਸਿੱਖਿਆ ਨੂੰ ਸੁਣਨ ਦੇ ਨਾਲ। ਸਰਾਂ ਮੈਨੇ ਸਮੁੰਦਰਾਂ, ਗੁਣਾ ਦੇ ਸਮੁੰਦਰ ਜਿਹੜੇ ਨੇ ਕਿ ਗਾਹ ਮੈਨੇ ਥਾਂ ਪਾਣੀ। ਜਦੋਂ ਕੋਈ ਗੁਰੂ ਜੀ ਦੀ ਸਿੱਖਿਆ ਸੁਣ ਲੈਂਦਾ ਹੈ, ਗੁਣਾਂ ਦੇ ਜਿਹੜੇ ਵੱਡੇ ਵੱਡੇ ਸਮੁੰਦਰ ਨੇ ਉਹਨਾਂ ਦੀ ਹਾਥ ਪੈ ਜਾਂਦੀ, ਥਾਂ ਪੈ ਜਾਂਦੀ ਹੈ। ਭਾਵ ਉਹਨਾਂ ਗੁਣਾਂ ਦਾ ਪਤਾ ਲੱਗ ਜਾਂਦਾ ਹੈ। ਕਿਸ ਧਰਤੀ ਤੇ ਬੇਸ਼ੁਮਾਰ ਅਨੰਤ ਗੁਣ ਫੈਲੇ ਹੋਏ ਨੇ। ਕੋਈ ਵੀ ਗੁਣ ਇੱਕ ਲੈ ਕੇ ਮਨੁੱਖ ਚੱਲ ਪਏ, ਮੁੱਕਣ 'ਚ ਨਹੀਂ ਆਉਂਦਾ। ਕੋਈ ਵੀ ਗੁਣ, ਕੋਈ ਡਾਕਟਰ ਬਣਨਾ ਚਾਹੇ, ਮੈਡੀਕਲ ਸਾਇੰਸ ਦਾ ਹੀ ਏਡਾ ਵੱਡਾ ਗੁਣ ਹੈ, ਸਾਰੀ ਜ਼ਿੰਦਗੀ ਪੜ੍ਹ ਕੇ ਵੀ ਅੰਤ ਨਹੀਂ ਪਏਗਾ। ਕੋਈ ਇੰਜੀਨੀਅਰ ਬਣਨਾ ਚਾਹੇ, ਬੜਾ ਵੱਡਾ ਗੁਣ ਫੈਲਿਆ ਹੋਇਆ ਹੈ। ਕੋਈ ਮਿਊਜ਼ਿਕ ਵਾਲੇ ਪਾਸੇ ਆ ਜਾਏ, ਹਾਰਮੋਨੀਅਮ ਵਜਾਉਣਾ ਸ਼ੁਰੂ ਕਰ ਦੇਵੇ, ਤੰਤੀ ਸਾਜ਼ ਵਜਾਣੇ ਸ਼ੁਰੂ ਕਰ ਦੇਵੇ, ਕੋਈ ਵਾਇਲਨ, ਕੋਈ ਮੈਂਡੋਲਿਨ, ਕੋਈ ਦਿਲਰੁਬਾ, ਅਨੰਤ ਰਾਗ ਨੇ, ਅੱਗੋਂ ਕਿਸਮਾਂ ਨੇ, ਮੁੱਕਣ 'ਚ ਨਹੀਂ ਆਉਂਦਾ। ਮਿਊਜ਼ਿਕ ਸੰਗੀਤ ਮੁੱਕਣ 'ਚ ਨਹੀਂ ਆਉਂਦਾ। ਕੋਈ ਤਬਲਾ ਵਜਾਉਣਾ ਸ਼ੁਰੂ ਕਰ ਦੇ, ਅਨੇਕਾਂ ਤਾਲ, ਅਨੇਕਾਂ ਲੱਗੀਆਂ, ਪਲਟੇ ਧਿਆਈਆਂ, ਮੁੱਕਣ 'ਚ ਨਹੀਂ ਆਉਂਦੀਆਂ। ਕੋਈ ਆਰਟਸ ਵਾਲੇ ਪਾਸੇ ਆ ਜਾਏ, ਡਰਾਇੰਗ ਕਰਨ ਲੱਗ ਜਾਏ, ਫੋਟੋਗ੍ਰਾਫੀ ਕਰਨ ਲੱਗ ਜਾਏ, ਇੰਨਾ ਵੱਡਾ ਸਕੋਪ ਹੈ ਇਸ ਦੁਨੀਆ ਦੇ ਵਿੱਚ, ਅੰਤ ਹੀ ਨਹੀਂ। ਗੁਣ ਤੇ ਚਾਰੋਂ ਤਰਫ ਫੈਲੇ ਹੀ ਹੋਏ ਨੇ, ਪਰ ਉਹਨਾਂ ਗੁਣਾਂ ਦੀ ਥਾਂ ਕੌਣ ਪਾ ਰਿਹਾ ਹੈ, ਜਿਹੜਾ ਉਹਨਾਂ ਗੁਣਾਂ ਨੂੰ ਆਪਣੇ ਜੀਵਨ 'ਚ ਤਾਰ ਲੈਂਦਾ ਹੈ। ਕੋਈ ਇੱਕ ਗੁਣ ਲੈ ਕੇ ਚੱਲ ਪਏ। ਇਸ ਦੁਨੀਆ ਤੇ ਗੁਣਾਂ ਦੇ ਸਮੁੰਦਰਾਂ ਦੇ ਸਮੁੰਦਰ ਭਰੇ ਹੋਏ ਨੇ। ਜੇ ਕੋਈ ਮਨੁੱਖ ਮਾਨਸਿਕਤਾ ਵਾਲੇ ਪਾਸੇ ਆ ਜਾਏ, ਸਾਈਕੋਲੋਜਿਸਟ ਹੋ ਸਕਦਾ ਹੈ, ਸਾਈਕੈਟਿਸਟ ਹੋ ਸਕਦਾ ਹੈ, ਨਿਊਰੋ ਸਾਈਕੈਟਿਸਟ ਹੋ ਸਕਦਾ ਹੈ, ਜਾਂ ਨਿਊਰੋ ਥੈਰੇਪਿਸਟ ਹੋ ਸਕਦਾ ਹੈ, ਨਿਊਰੋ ਸਰਜਨ ਹੋ ਸਕਦਾ ਹੈ, ਸਾਈਕੋਲੋਜਿਸਟ ਹੋ ਸਕਦਾ ਹੈ। ਹਜ਼ਾਰਾਂ ਕਿੰਨੇ ਸਕੋਪ ਨੇ। ਪੜ੍ਹਾਈ ਵਾਲੇ ਪਾਸੇ ਆ ਜਾਏ, ਹਜ਼ਾਰਾਂ ਸਬਜੈਕਟਸ ਨੇ। ਸੋਸ਼ਲ ਸਾਇੰਸ ਹੈ, ਹਿਸਟਰੀ ਹੈ, ਡਰਾਇੰਗ ਹੈ, ਅਨੇਕਾਂ ਸਬਜੈਕਟਸ। ਗੁਣ ਤੇ ਭਰੇ ਹੀ ਪਏ ਨੇ ਸਮੁੰਦਰ 'ਚ, ਔਰ ਇੱਕ ਇੱਕ ਗੁਣ ਦਾ ਵੀ ਮਨੁੱਖ ਅੰਤ ਨਹੀਂ ਪਾ ਸਕਦਾ। ਗੁਰੂ ਜੀ ਆਖਦੇ ਨੇ ਕਿ ਗੁਰੂ ਦੀ ਸੱਚੀ ਸਿੱਖਿਆ ਸੁਣ, ਤੈਨੂੰ ਪਤਾ ਲੱਗ ਜਾਏ ਗੁਣਾਂ ਦੇ ਸਮੁੰਦਰ ਹੀ ਸਮੁੰਦਰ ਨੇ। ਸੁਣਿਆ ਸਰਾਂ ਮੈਨੇ ਸਮੁੰਦਰਾਂ, ਗੁਣਾਂ ਦੇ ਸਮੁੰਦਰ ਕਹਿ ਗਾ। ਤੂੰ ਉਹਨਾਂ ਸਮੁੰਦਰਾਂ ਦੀ ਥਾਂ ਪਾ ਸਕਦਾ ਹੈ, ਉਹਨਾਂ ਗੁਣਾਂ ਨਾਲ ਸਾਂਝ ਪਾ ਸਕਦਾ ਹੈ। ਜੇ ਅਨੰਤ ਗੁਣ ਫੈਲੇ ਨੇ ਰੱਬ ਦੀ ਸ੍ਰਿਸ਼ਟੀ ਵਿੱਚ, ਤੇ ਅਨੰਤ ਸੰਭਾਵਨਾ ਨੇ ਉਹਨਾਂ ਗੁਣਾਂ ਨੂੰ ਧਾਰਨ ਕਰਕੇ ਗੁਣਵਾਨ ਬਣਨ ਦੀਆਂ। ਕੋਈ ਬਣੇ ਤੇ ਸਹੀ। ਗੁਣ ਹਜ਼ਾਰਾਂ ਨੇ, ਬੇਸ਼ੁਮਾਰ ਅਨੰਤ ਨੇ, ਪਰ ਅਸੀਂ ਉਹਨਾਂ ਗੁਣਾਂ ਨੂੰ ਛੱਡ ਕੇ ਸਿਰਫ ਇੱਕ ਔਗਣ ਲੈ ਕੇ ਆਪਣੀ ਜ਼ਿੰਦਗੀ ਤਬਾਹ ਕਰ ਲੈਂਦੇ ਹਾਂ। ਇੱਕ ਔਗਣ ਆ ਜਾਏ ਨਾ ਈਰਖਾ ਦਾ,
ਇੱਕ ਔਗਣ ਈਰਖਾ ਆ ਜਾਏ, ਇੰਨੀ ਵੱਡੀ ਗੱਡੀ, ਜ਼ਰੂਰ ਬੇਈਮਾਨੀ ਕਰਕੇ ਪੈਸਾ ਇਕੱਠਾ ਕੀਤਾ ਹੈ, ਉਹ ਇੱਕੋ ਈਰਖਾ ਦਾ ਔਗਣ ਇਹਦੀ ਸਾਰੀ ਮਿੱਤਰਤਾ ਖਤਮ ਕਰ ਦਿੰਦਾ ਹੈ, ਦੁਸ਼ਮਣੀਆਂ ਪੈਦਾ ਕਰ ਦਿੰਦਾ ਹੈ। ਇੱਕੋ ਕ੍ਰੋਧ ਦਾ ਔਗਣ ਲੜਾਈਆਂ ਝਗੜੇ ਕਲੇਸ਼ ਖੜੇ ਕਰ ਦਿੰਦਾ ਹੈ, ਮਿੱਤਰਾਂ ਨਾਲ ਰਿਸ਼ਤੇਦਾਰਾਂ ਨੂੰ ਨਾਤੇ ਤੋੜਾ ਦਿੰਦਾ ਹੈ। ਇੱਕੋ ਹੰਕਾਰ ਦਾ ਔਗਣ ਪਤੀ ਪਤਨੀ ਦੇ ਵਿਚਕਾਰ ਕਲੇਸ਼ ਖੜੇ ਕਰ ਦਿੰਦਾ ਹੈ, ਘਰ ਪਰਿਵਾਰ ਤਬਾਹ ਹੋ ਜਾਂਦੇ ਨੇ, ਬੱਚਿਆਂ ਦੇ ਭਵਿੱਖ ਖਰਾਬ ਹੋ ਜਾਂਦੇ ਨੇ। ਸਿਰਫ ਈਗੋ, ਸਿਰਫ ਹੰਕਾਰ ਜਿਹੜਾ ਵੱਡੇ ਵੱਡੇ ਘਰਾਂ ਨੂੰ ਤਬਾਹ ਕਰ ਦਿੰਦਾ ਹੈ। ਰੇਂਜ ਹੋ ਰਿਹਾ ਹੈ। ਅਸੀਂ ਇੱਕ ਗੁਰੂ ਦੀ ਸਿੱਖਿਆ, ਇੱਕ ਵੀ ਗੁਣ ਲਿਆ ਹੁੰਦਾ, ਸਾਡੇ ਘਰਾਂ 'ਚ ਤਲਾਕਾਂ ਨਹੀਂ ਸੀ ਹੋਣੀਆਂ, ਪਤੀ ਪਤਨੀ 'ਚ ਪਿਆਰ ਰਹਿਣਾ ਸੀ, ਸਾਡੀਆਂ ਨੂੰਹਾਂ ਧੀਆਂ ਗਲਤ ਪਾਸੇ ਨਹੀਂ ਸੀ ਜਾਣੀਆਂ, ਸਾਡੇ ਬੱਚੇ ਨਸ਼ਿਆਂ ਵਾਲੇ ਪਾਸੇ ਨਹੀਂ ਸੀ ਜਾਣੇ। ਜੇ ਅਸੀਂ ਇਸ ਢੰਗ ਨਾਲ ਜਪਜੀ ਸਾਹਿਬ ਦੀ ਵਿਚਾਰ ਕੀਤੀ ਹੁੰਦੀ, ਗੁਰੂ ਦੀ ਸਿੱਖਿਆ ਲਈ ਹੁੰਦੀ, ਜੇ ਜਪਜੀ ਸਾਹਿਬ ਦੀ ਬਾਣੀ ਅੱਜ ਸਾਡੇ ਘਰ ਵਿੱਚ ਹੁੰਦੀ ਪ੍ਰੈਕਟੀਕਲ ਰੂਪ ਦੇ ਵਿੱਚ, ਤੇ ਸਾਡੇ ਬੱਚੇ ਬਜ਼ੁਰਗਾਂ ਨੂੰ ਛੱਡ ਕੇ, ਠੋਕਰਾਂ ਖਾਣ ਤੇ ਛੱਡ ਕੇ ਬਾਹਰ ਨਾ ਭਟਕਦੇ, ਨਸ਼ਿਆਂ 'ਚ ਨਾ ਜਾਂਦੇ, ਜੂਏ ਨਾ ਖੇਡਦੇ, ਜੇ ਇੱਕ ਗੁਰੂ ਦੀ ਸਿੱਖਿਆ ਸੁਣੀ ਹੁੰਦੀ। ਗੁਰੂ ਦੀ ਸਿੱਖਿਆ ਤੇ ਕਹਿ ਰਹੀ ਹੈ ਗੁਣਾਂ ਦੇ ਸਮੁੰਦਰ ਭਰੇ ਪਏ ਨੇ, ਤੁਸੀਂ ਉਹਨਾਂ ਗੁਣਾਂ ਨੂੰ ਧਾਰਨ ਕਰੋ। ਅਨੰਤ ਗੁਣ, ਅਨੰਤ ਸੰਭਾਵਨਾਵਾਂ ਨੇ, ਅੰਤ ਹੀ ਨਹੀਂ ਸੰਭਾਵਨਾਵਾਂ ਦਾ। ਕੋਈ ਵੀ ਗੁਣ ਧਾਰਨ ਕਰ ਲਓ, ਸੱਚ ਦਾ, ਪ੍ਰੇਮ ਦਾ, ਇਮਾਨਦਾਰੀ, ਦਇਆ, ਜ਼ਿੰਦਗੀ ਬਦਲ ਜਾਏਗੀ। ਅਸੀਂ ਕਹਿੰਦੇ ਹਾਂ ਜੀ ਉਮਰ ਬੜੀ ਹੋ ਗਈ, ਹੁਣ ਕੀ ਹੋਏਗਾ, ਹੁਣ ਤੇ ਜੀ ਬੁੱਢੇ ਹੋ ਗਏ ਹਾਂ, ਹੁਣ ਕਿੱਥੇ, ਹੁਣ ਗੁਣਾਂ ਦੀ ਕਿੱਥੇ, ਅਸੀਂ ਨਹੀਂ ਘਾਲ ਸਕਦੇ, ਹੁਣ ਤੇ ਜੀ ਥੱਕ ਗਏ ਹਾਂ, ਹੁਣ ਤੇ ਜੀ ਜ਼ਿੰਦਗੀ ਲੰਘ ਗਈ ਹੈ, ਹੁਣ ਤੇ ਜੀ ਇਹ ਹੋ ਗਿਆ ਹੈ। ਗੁਰੂ ਜੀ ਆਖਦੇ ਨੇ ਨਾ ਹੀ ਦੇਖਣਾ ਭਾਜੀਐ ਪਰਮ ਸਿਆਣਪ ਇਹ। ਸਭ ਤੋਂ ਸਿਆਣੀ ਅਕਲ ਵਾਲੀ ਗੱਲ ਇਹ ਹੈ, ਨਾ ਕਹਿ ਕੇ ਭੱਜੋ ਨਾ। ਇੱਥੇ ਤੇ 62 ਸਾਲ ਦੀ ਉਮਰ, 60 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਉਹ ਸਿੱਖਿਆ ਲੈਣ ਜਾ ਰਹੇ ਨੇ, ਸ਼ੁਰੂਆਤ ਕਰ ਰਹੇ ਨੇ ਜ਼ਿੰਦਗੀ ਦੀ। ਉਮਰ 60 ਸਾਲ ਹੈ। ਉਹਨਾਂ ਨੇ ਨਹੀਂ ਕਿਹਾ ਵੀ ਹੁਣ ਤੇ ਬਜ਼ੁਰਗ ਹੋ ਗਏ, ਹੁਣ ਕੁਛ ਨਹੀਂ ਹੋ ਸਕਦਾ। ਗੁਰੂ ਨਾਨਕ ਦੇ ਸਿੱਖੀ ਸਕੂਲ ਵਿੱਚ ਦਾਖਲਾ ਲੈ ਰਹੇ ਨੇ, ਅਜੇ ਪੜ੍ਹਾਈ ਸ਼ੁਰੂ ਕਰਨੀ ਉਹਨਾਂ ਨੇ। ਕਿਉਂ ਨਹੀਂ ਹੋ ਸਕਦਾ? ਹੋ ਸਕਦਾ ਹੈ। ਔਰ 60 ਸਾਲ ਤੋਂ ਲੈ ਕੇ 72 ਸਾਲ ਦੀ ਉਮਰ ਤੱਕ ਉਹਨਾਂ ਨੇ ਗੁਰੂ ਨਾਨਕ ਦੇ ਸਕੂਲ ਵਿੱਚ ਗੁਰਮਤਿ ਸਿਧਾਂਤਾਂ ਨੂੰ ਸਿੱਖਿਆ। ਇੰਨੇ ਮਾਹਿਰ, ਪਰਫੈਕਟ ਹੋ ਗਏ, ਇੰਨੇ ਜ਼ਿਆਦਾ ਉਹਨਾਂ ਸਿਧਾਂਤਾਂ ਵਿੱਚ ਇੱਕਮਿਕ ਹੋ ਗਏ, ਪ੍ਰੈਕਟੀਕਲ ਮਨ ਬਚਨ ਕਰਮ ਕਰਕੇ ਇੱਕ ਸਾਰਤਾ ਆ ਗਈ ਕਿ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਵੀ ਕਹਿ ਦਿੱਤਾ ਹੁਣ ਇਸ ਕੌਮ ਦੀ ਅਗਵਾਈ ਤੁਸੀਂ ਕਰਨੀ ਹੈ। 60 ਸਾਲ ਦੀ ਉਮਰ 'ਚ ਲੋਕ ਰਿਟਾਇਰਮੈਂਟ ਲੈਂਦੇ ਨੇ, ਪਰ 60 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨਵੀਂ ਸਿੱਖਿਆ ਸ਼ੁਰੂ ਕਰ ਰਹੇ ਨੇ। 72 ਸਾਲ ਦੀ ਉਮਰ ਵਿੱਚ ਨਵਾਂ ਕੰਮ ਸ਼ੁਰੂ ਕਰ ਰਹੇ ਨੇ, ਕੌਮ ਦੀ ਅਗਵਾਈ ਦੀ ਜ਼ਿੰਮੇਵਾਰੀ ਦੀ ਵੱਡੀ ਸਾਰੀ ਪੰਡ ਸਿਰ ਤੇ ਰੱਖ ਲਈ ਤੇ 95 ਸਾਲ ਦੀ ਉਮਰ ਤੱਕ ਅਗਵਾਈ ਕੀਤੀ। ਬੁਢਾਪਾ ਕਿਵੇਂ ਬਤੀਤ ਕਰਨਾ, ਇਹਦਾ ਰੋਲ ਮਾਡਲ ਗੁਰੂ ਅਮਰਦਾਸ ਸਾਹਿਬ ਜੀ ਨੇ। ਇਸ ਤਰ੍ਹਾਂ ਬਤੀਤ ਕਰਨਾ ਕਿ ਹੁਣ ਤੇ ਉਮਰ ਗੁਜ਼ਰ ਗਈ, ਹੁਣ ਕੀ ਕਰ ਸਕਦੇ ਹਾਂ, ਜਾਂ ਇਸ ਤਰ੍ਹਾਂ ਕਰਨਾ ਕਿ ਅਜੇ ਵੀ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਕਿਉਂਕਿ ਬੁਢਾਪੇ ਦਾ ਸੰਬੰਧ ਸਰੀਰ ਨਾਲ ਨਹੀਂ ਹੈ, ਮਨ ਦੇ ਨਾਲ ਹੁੰਦਾ ਹੈ। ਮਨ ਕਰਕੇ ਜਿਹਦੀ ਸੋਚ ਬਲਵਾਨ ਹੈ, ਮਨ ਕਰਕੇ ਜਿਹੜਾ ਜਵਾਨ ਹੈ, ਉਹ ਬੁੱਢਾ ਹੁੰਦਾ ਹੀ ਨਹੀਂ। ਗੁਰੂ ਅਮਰਦਾਸ ਪਾਤਸ਼ਾਹ ਜੀ ਬਾਣੀ 'ਚ ਕਹਿ ਗਏ ਕਿ ਮੇਰਾ ਆਪਣਾ ਤਜਰਬਾ ਹੈ, ਇੰਨੀ ਉਮਰ ਵਿੱਚ ਗੁਰੂ ਵਾਲਾ ਬਣਿਆ, ਇੰਨੀ ਉਮਰ ਵਿੱਚ ਪੰਥ ਦੀ ਅਗਵਾਈ ਸ਼ੁਰੂ ਕੀਤੀ, ਤੇ ਇੰਨੀ ਉਮਰ ਦੇ ਵਿੱਚ ਗੁਰਮੁਖ ਬੁੱਢੇ ਕਦੇ ਨਾ ਹੀ ਜਿਨ੍ਹਾਂ ਅੰਤਰ ਸੁਰਤ ਗਿਆਨ। ਕਿਉਂ ਨਹੀਂ ਹੋ ਸਕਦਾ? ਗੁਣਾਂ ਦੇ ਸਮੁੰਦਰ ਭਰੇ ਪਏ ਨੇ, ਅਜੂ ਕੱਛ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੇ। ਅੱਜ ਸੱਚ ਬੋਲਣਾ ਸ਼ੁਰੂ ਕਰ ਦਿਓ, ਅੱਜ ਬੋਲਿਆ ਜਾ ਸਕਦਾ ਹੈ। ਸੱਚ ਹੀ ਬੋਲਣਾ, ਅੱਜ ਤੋਂ ਸ਼ੁਰੂਆਤ ਕੀਤੀ ਜਾ ਸਕਦੀ ਹੈ। ਸੱਚ ਬੋਲਣ ਲਈ ਕੋਈ ਮੂਰਤ ਥੋੜ੍ਹੇ ਕਢਾਉਣਾ ਹੈ। ਮਿੱਠੇ ਬੋਲ ਬੋਲਣ ਵਾਸਤੇ ਕਿਸੇ ਤੋਂ ਟ੍ਰੇਨਿੰਗ ਥੋੜ੍ਹੀ ਲੈਣ ਜਾਣਾ ਹੈ। ਬੋਲ ਮਿੱਠੇ ਬੋਲਣੇ ਅੱਜ ਤੋਂ ਸ਼ੁਰੂ ਹੋ ਸਕਦੇ ਨੇ। ਅੱਜ ਤੋਂ ਨਿਮਰਤਾ ਧਾਰਨ ਕੀਤੀ ਜਾ ਸਕਦੀ ਹੈ। ਅੱਜ ਤੋਂ ਜੀਵਨ ਬਦਲਿਆ ਜਾ ਸਕਦਾ ਹੈ, ਜੋ ਕੋਈ ਚਾਹੇ। ਗੁਣਾਂ ਦੇ ਸਮੁੰਦਰ ਤੇ ਭਰੇ ਪਏ ਨੇ। ਜਿਹੜਾ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣ ਲੈਂਦਾ ਹੈ, ਉਹ ਗੁਣਾਂ ਦੀ ਥਾਹ ਪਾ ਲੈਂਦਾ ਹੈ, ਗੁਣਾਂ ਨੂੰ ਭਾਵ ਧਾਰਨ ਕਰ ਲੈਂਦਾ ਹੈ। ਸੁਣਿਆ ਸ਼ੇਖ ਪੀਰ ਪਾਤਸ਼ਾਹ, ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਿਆ ਪਤਾ ਲੱਗ ਜਾਂਦਾ ਹੈ। ਸ਼ੇਖ, ਵੱਡੇ ਵੱਡੇ ਪੀਰ, ਵੱਡੇ ਵੱਡੇ ਆਪਣੇ ਆਪ ਨੂੰ ਮੁਖੀ ਅਖਵਾਉਣ ਵਾਲੇ ਵੱਡੇ ਵੱਡੇ ਪਾਤਸ਼ਾਹ ਰਾਜੇ, ਉਹਨਾਂ ਦੀ ਅਸਲੀਅਤ ਕੀ, ਕਿੱਥੇ ਕੁ ਖੜੇ ਨੇ। ਹਰ ਕਿਸੇ ਨੇ ਆਪਣੇ ਆਪ ਨੂੰ ਰੱਬ ਕਿਹਾ। ਸ਼ੇਖਾਂ ਪੀਰਾਂ ਨੇ ਤੇ ਕਿਆ ਹੀ ਕਿਹਾ ਸੀ, ਕਈ ਪਾਤਸ਼ਾਹਾਂ ਨੇ ਕਿਹਾ। ਸਮੇਂ ਦੇ ਰਾਜੇ ਆਖਦੇ ਰਹੇ ਅਸੀਂ ਹੀ ਰੱਬ। ਇਹ ਮਾਨਤਾ ਸੀ ਭਾਰਤ ਦੇ ਵਿੱਚ, ਜੋ ਦਲੀਸ਼ਰੋ ਵਾ ਈਸ਼ਰੋ, ਜਿਹੜਾ ਦਿੱਲੀ ਦਾ ਬਾਦਸ਼ਾਹ ਉਹੀ ਰੱਬ ਹੈ। ਕਈ ਇਹੋ ਜਿਹੇ ਬਾਦਸ਼ਾਹ ਆਪਣੇ ਆਪ ਨੂੰ ਰੱਬ ਖਵਾਉਣ ਆਉਂਦੇ ਰਹੇ। ਅਸੀਂ ਰੱਬ ਹਾਂ, ਸਾਡੇ ਤੋਂ ਬਿਨਾਂ ਧਰਤੀ ਨਹੀਂ ਚੱਲ ਸਕਦੀ। ਅੱਜ ਕੋਈ ਉਹਨਾਂ ਦੇ ਨਾਮ ਨੂੰ ਵੀ ਯਾਦ ਨਹੀਂ ਕਰਦਾ। ਸ਼ਦਾਦ ਦਾ ਨਾਮ ਕਿਹਨੂੰ ਯਾਦ ਹੈ? ਸ਼ਦਾਦ ਇਸ ਧਰਤੀ ਦਾ ਕਦੀ ਰੱਬ ਹੁੰਦਾ ਸੀ।
ਕਿ ਮੇਰੇ ਤੋਂ ਬਿਨਾਂ ਇਸ ਧਰਤੀ ਤੇ ਪੱਤਾ ਨਹੀਂ ਹਿਲ ਸਕਦਾ। ਅੱਜ ਨਾਮ ਵੀ ਕਿਸੇ ਨੂੰ ਯਾਦ ਨਹੀਂ। ਫਿਰਊਨ ਨੂੰ ਕੌਣ ਜਾਣਦਾ? ਅੱਜ ਕਦੀ ਧਰਤੀ ਦਾ ਖੁਦਾ ਬਣਿਆ ਹੋਇਆ ਸੀ। ਨਮਰੂਦ ਨੂੰ ਕੌਣ ਜਾਣਦਾ? ਨਮਰੂਦ ਧਰਤੀ ਦਾ ਰੱਬ ਸੀ। ਕਦੀ ਆਪਣੇ ਨਾਂ ਦੇ ਹੋਕੇ ਦਿੰਦੇ ਰਹੇ, ਅਸੀਂ ਰੱਬ, ਤੇ ਉਹਨਾਂ ਦੇ ਹੋਕੇ ਪਤਾ ਕਿਸ ਤਰ੍ਹਾਂ ਦੇ ਸਨ? ਮਨ ਜਿਵੇਂ ਗਲੀ 'ਚ ਕੋਈ ਸਮਾਨ ਵੇਚਣ ਵਾਲਾ ਆ ਜਾਏ, ਉੱਚੀ ਉੱਚੀ ਹੋਕਾ ਦੇਈ ਜਾਏ। ਲੋਕਾਂ ਕੋਲ ਇੰਨਾ ਵੀ ਸਮਾਂ ਨਹੀਂ ਹੁੰਦਾ ਕਿ ਦਰਵਾਜ਼ਾ ਖੋਲ੍ਹ ਕੇ ਝਾਤੀ ਮਾਰ ਕੇ ਦੇਖ ਲੈਣ ਬਾਹਰ ਆਇਆ ਕੌਣ ਹੈ। ਉੱਚੀ ਉੱਚੀ ਚੀਖ ਕੇ ਚਲਾ ਜਾਂਦਾ ਹੈ ਤੇ ਉਹਦੇ ਜਾਣ ਤੋਂ ਬਾਅਦ ਉਹਨੂੰ ਲੋਕ ਯਾਦ ਵੀ ਨਹੀਂ ਕਰਦੇ। ਜਿਵੇਂ ਗਲੀ 'ਚ ਵਣਜਾਰੇ ਹੋਕਾ ਦੇ ਕੇ ਤੁਰ ਜਾਂਦੇ ਨੇ, ਕੋਈ ਯਾਦ ਵੀ ਨਹੀਂ ਕਰਦਾ। ਆਪਣੇ ਨਾਂ ਦੇ ਹੋਕਾ ਦੇਣ ਵਾਲੇ ਆਏ, ਅਸੀਂ ਰੱਬ, ਕੋਈ ਯਾਦ ਵੀ ਨਹੀਂ ਕਰਦਾ। ਜਦੋਂ ਸ਼ਾਹ ਮੁਹੰਮਦ ਨੇ ਅੰਗਰੇਜ਼ਾਂ ਤੇ ਸਿੱਖਾਂ ਦੀਆਂ ਲੜਾਈਆਂ ਦਾ ਜ਼ਿਕਰ ਕੀਤਾ, ਸ਼ੇਰੇ ਪੰਜਾਬ ਦੇ ਸਮੇਂ ਦੀਆਂ, ਤੇ ਉਹਨੇ ਇੱਕ ਵਾਰ ਲਿਖੀ। ਉਸ ਵਾਰ ਦਾ ਨਾਮ ਹੈ ਜੰਗਨਾਮਾ ਸਿੰਘਾਂ ਤੇ ਫਰੰਗੀਆਂ। ਉਹਦੇ 'ਚ ਉਹਨੇ ਸ਼ੁਰੂਆਤ ਇੱਥੋਂ ਕੀਤੀ ਸੀ। ਇਹ ਜੱਗ ਹੈ ਸਰਾਏ ਮੁਸਾਫਰਾਂ ਦੀ, ਇੱਥੇ ਜ਼ੋਰ ਵਾਲੇ ਕਈ ਆਏ ਗਏ। ਸ਼ਦਾਦ ਫਿਰੂਨ ਨਮਰੂਦ ਜਿਹੇ ਦਾਵਾ ਬਨ ਖੁਦਾਏ ਕਹਾਏ ਗਏ। ਅਕਬਰ ਸ਼ਾਹ ਜਿਹੇ ਦਿੱਲੀ ਦੇ ਵਿੱਚ ਜੀ ਵਾਂਗ ਵਣਜਾਰਿਆਂ ਫੇਰੀ ਪਾਏ ਗਏ। ਆਪਣੇ ਆਪ ਨੂੰ ਰੱਬ ਕਹਿਣ ਵਾਲੇ ਵਣਜਾਰਿਆਂ ਦੀ ਤਰ੍ਹਾਂ ਹੋਕਾ ਦੇ ਕੇ ਤੁਰਦੇ ਬਣੇ, ਕੋਈ ਯਾਦ ਵੀ ਨਹੀਂ ਕਰਦਾ। ਅਕਬਰ ਸ਼ਾਹ ਜਿਹੇ ਦਿੱਲੀ ਦੇ ਵਿੱਚ ਦੀ ਵਾਂਗ ਵਣਜਾਰਿਆਂ ਫੇਰੀ ਪਾਏ ਗਏ। ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਵਾਜੇ ਕੂੜ ਦੇ ਕਈ ਵਜਾਏ ਗਏ। ਝੂਠ ਦੇ ਵਾਜੇ ਵਜਾਉਣ ਵਾਲੇ ਕਈ ਤੁਰ ਗਏ। ਸੱਚਾ ਤੇ ਇੱਕ ਰੱਬ ਹੈ, ਉਹਨੇ ਸਦਾ ਰਹਿਣਾ ਹੈ। ਉਹ ਸਦਾ ਹੈ, ਸੱਚ ਹੈ। ਇਹੀ ਬਚਨ ਬਾਣੀ ਨੇ ਹੋਰ ਥਾਂ ਕਹਿ ਦਿੱਤੇ, ਕਹੂ ਹਰ ਸਮਾਨ ਨਹੀਂ ਰਾਜਾ। ਰੱਬ ਵਰਗਾ ਰਾਜਾ ਕੋਈ ਨਹੀਂ। ਦੁਨਿਆਵੀ ਰਾਜੇ ਦਾ ਕੋਈ ਅਸੂਲ ਪਸੰਦ ਨਾ ਆਏ, ਲੋਕ ਬਗਾਵਤ ਕਰ ਦਿੰਦੇ ਨੇ, ਬਾਗੀ ਹੋ ਜਾਂਦੇ ਨੇ। ਉਹ ਸੰਵਿਧਾਨ ਉਹ ਮਤੇ ਪਾੜ ਕੇ ਅੱਗ ਲਾ ਕੇ ਸਾੜ ਦਿੰਦੇ ਨੇ। ਅਸੀਂ ਨਹੀਂ ਮੰਨਦੇ। ਦੁਨਿਆਵੀ ਰਾਜਿਆਂ ਦੀ ਬਗਾਵਤ ਹੋ ਸਕਦੀ, ਉਹਨਾਂ ਦੇ ਕਾਨੂੰਨ ਤੋੜੇ ਜਾ ਸਕਦੇ ਨੇ, ਪਰ ਰੱਬ ਐਸਾ ਰਾਜਾ ਹੈ ਜਿਹਦੇ ਕਾਨੂੰਨ ਨੂੰ ਅੱਜ ਤੱਕ ਦੁਨੀਆ ਦਾ ਆਦਮੀ ਤੋੜ ਨਹੀਂ ਸਕਿਆ। ਭਾਵੇਂ ਲੱਖ ਕਹੀ ਜਾਏ ਮੈਂ ਨਹੀਂ ਜੀ ਰੱਬ ਨੂੰ ਮੰਨਦਾ, ਪਰ ਉਹਦਾ ਕਾਨੂੰਨ ਮੰਨਣਾ ਪੈਂਦਾ, ਬਾਗੀ ਨਹੀਂ ਹੋ ਸਕਦਾ। ਜੇ ਪ੍ਰਭੂ ਆਖਦੇ ਨਾ ਬਚਪਨ ਤੋਂ ਬਾਅਦ ਜਵਾਨੀ ਆਉਣੀ ਹੈ ਤੇ ਆਉਣੀ ਹੈ, ਜਵਾਨੀ ਤੋਂ ਬਾਅਦ ਬੁਢੇਪਾ ਆਉਣਾ, ਕੋਈ ਰੋਕ ਨਹੀਂ ਸਕਦਾ ਉਸ ਬੁਢਾਪੇ ਨੂੰ। ਉਹਦੇ ਨਿਯਮਾਂ ਦੇ ਵਿੱਚ ਉਹਦੇ ਅਸੂਲਾਂ ਨੂੰ ਮੰਨਣਾ ਹੀ ਪੈਣਾ। ਰੱਬ ਉਹ ਰਾਜਾ ਹੈ ਜਿਹਦੇ ਹੁਕਮਾਂ ਦੇ ਖਿਲਾਫ ਬਗਾਵਤ ਨਹੀਂ ਹੋ ਸਕਦੀ। ਉਹਦੇ ਹੁਕਮ ਮੰਨਣੇ ਹੀ ਪੈਣਗੇ, ਉਹਦੇ ਹੁਕਮ ਅਦੁੱਲੀ ਨਹੀਂ ਹੋ ਸਕਦੀ। ਜੇ ਪ੍ਰਭੂ ਆਖਦਾ ਹੈ ਕਿ ਬੁਢਾਪੇ ਤੋਂ ਬਾਅਦ ਮੌਤ ਆਣੀ ਤੇ ਆਉਣੀ ਆਉਣੀ ਹੈ। ਜਰ ਆਈ ਜੋਬਨ ਹਾਰਿਆ, ਜਦੋਂ ਬੁਢਾਪਾ ਆਇਆ ਉਦੋਂ ਜਵਾਨੀ ਹਾਰ ਗਿਆ, ਜਦੋਂ ਮੌਤ ਆਈ ਜੀਵਨ ਹਾਰ ਗਿਆ। ਉਹਦੇ ਨਿਯਮਾਂ ਨੂੰ ਕੋਈ ਤੋੜ ਨਹੀਂ ਸਕਦਾ। ਮੈਂ ਚਿੱਟੇ ਕੇਸ ਨਹੀਂ ਕਰਨੇ, ਆਉਣਗੇ। ਇਸ ਕਰਕੇ ਕਹੂ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ। ਪਾਤਸ਼ਾਹ ਇੱਕ ਹੈ, ਯਾਦ ਰੱਖਿਓ। ਜਿਹੜਾ ਉਸ ਪਾਤਸ਼ਾਹ ਦਾ ਅੰਸ਼ ਹੋ ਜਾਂਦਾ ਹੈ ਉਹ ਵੀ ਪਾਤਸ਼ਾਹ ਹੋ ਜਾਂਦਾ ਹੈ। ਗੁਰੂ ਜੀ ਆਖਦੇ ਨੇ ਆ ਤੈਨੂੰ ਵੀ ਪਾਤਸ਼ਾਹ ਬਣਾ ਦਿਆਂ। ਜਿੱਦਣ ਪਾਤਸ਼ਾਹ ਰੱਬ ਵਾਲੇ ਤੇਰੇ ਅੰਦਰ ਗੁਣ ਪੈਦਾ ਹੋ ਜਾਣਗੇ, ਤੂੰ ਪਾਤਸ਼ਾਹ ਹੋ ਜਾਏਗਾ। ਉਹਦੇ ਗੁਣਾਂ ਨੂੰ ਧਾਰਨ ਕਰ ਲੈ। ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਜਿਹਨੂੰ ਸਿਫਤ ਸਲਾਹ ਦੇ ਸ਼ੁਭ ਗੁਣ ਜੀਵਨ 'ਚ ਮਿਲ ਜਾਂਦੇ ਨੇ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੋ ਜਾਂਦਾ ਹੈ। ਸੁਣਿਆ ਸ਼ੇਖ ਪੀਰ ਪਾਤਸ਼ਾਹ। ਗੁਰੂ ਦੀ ਸੱਚੀ ਸਿੱਖਿਆ ਸੁਣਨ ਨਾਲ ਸ਼ੇਖਾਂ ਪੀਰਾਂ ਪਾਤਸ਼ਾਹਾਂ ਦੁਨੀਆ ਦੇ ਰਾਜਿਆਂ ਮਹਾਰਾਜਿਆਂ ਧਰਮੀਆਂ ਦੀ ਅਸਲੀਅਤ ਪਤਾ ਲੱਗ ਜਾਂਦੀ ਹੈ, ਕਿੱਥੇ ਕੁ ਖੜੇ ਨੇ। ਤੇ ਜੇ ਕਿਸੇ ਨੇ ਰਾਜਾ ਪਾਤਸ਼ਾਹ ਬਣਨਾ ਤੇ ਉਹ ਕਿਵੇਂ ਬਣੇਗਾ। ਜਿਹੜਾ ਰੱਬ ਦੀ ਨਜ਼ਰ ਦਾ ਪਾਤਰ ਹੋ ਜਾਂਦਾ ਹੈ, ਲੱਖਾਂ ਹੀ ਪਾਤਸ਼ਾਹੀਆਂ ਉਹਨੂੰ ਮਿਲ ਜਾਂਦੀਆਂ ਨੇ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਅਸੀਂ ਤੇ ਕੀਰਤਨੀਆਂ ਨੂੰ ਕਹਿ ਦਿੰਦੇ ਹਾਂ ਨਾ ਕਿ ਅਖੰਡ ਪਾਠ ਦਾ ਭੋਗ ਪਵਾਉਣਾ, ਲੰਗਰ ਲਗਾਉਣਾ, ਅਸੀਂ ਪੂਰੇ ਇਲਾਕੇ ਨੂੰ ਲੰਗਰ ਖਵਾਉਣਾ, ਅਸੀਂ ਰਾਜੇ ਹੋ ਗਏ ਹਾਂ। ਹੁਣ ਸ਼ਬਦ ਪੜ੍ਹੋ, ਲੱਖ ਖੁਸ਼ੀਆਂ ਪਾਤਸ਼ਾਹੀਆਂ। ਇੱਦਾਂ ਕੋਈ ਪਾਤਸ਼ਾਹ ਨਹੀਂ ਬਣ ਜਾਂਦਾ। ਅੱਗੇ ਇੱਕ ਸ਼ਰਤ ਹੈ, ਕੰਡੀਸ਼ਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਉਹਦੀ ਨਜ਼ਰ ਦੇ ਪਾਤਰ ਹੋਵਾਂਗੇ ਤੇ ਪਾਤਸ਼ਾਹ ਹੋਵਾਂਗੇ। ਉਹਦੇ ਲਈ ਜ਼ਰੂਰੀ ਨਹੀਂ ਕਿਸੇ ਨੂੰ ਭੰਡਾਰਾ ਕਰਨਾ ਪਏਗਾ ਸਾਲ 'ਚ ਇੱਕ ਵਾਰ। ਉਹਦੇ ਲਈ ਕੀ ਕਰਨਾ ਪਏਗਾ? ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਉਹਦੇ ਲਈ ਰੱਬੀ ਗੁਣਾਂ ਨਾਲ ਨਾਮ ਨਾਲ ਜੁੜਨਾ ਪੈਣਾ, ਫਿਰ ਪਾਤਸ਼ਾਹ ਹੋਏਗਾ, ਫਿਰ ਰਾਜਾ ਬਣੇਗਾ, ਫਿਰ ਹੀ ਤ੍ਰਿਪਤ ਹੋਏਗਾ, ਸੰਤੋਖੀ ਹੋਏਗਾ, ਫਿਰ ਹੀ ਪਤ ਦਾ ਮਾਲਕ ਪਾਤਸ਼ਾਹ ਬਣੇਗਾ, ਫਿਰ ਹੀ ਆਤਮਿਕ ਰਾਜ ਦਾ ਰਾਜਾ ਬਣੇਗਾ। ਕੋਈ ਰਾਜਾ ਆਪਣੇ ਮਹਿਲਾਂ 'ਚੋਂ ਬਾਹਰ ਨਿਕਲਿਆ, ਸ਼ਾਹੀ ਸੜਕ ਤੇ ਤੁਰਿਆ, ਪਿੱਛੇ ਉਹਦੇ ਅਮੀਰ ਵਜ਼ੀਰ ਨੌਕਰ ਚਾਕਰ ਦਰਬਾਰੀ ਨਾਲ ਤੁਰੇ ਨੇ। ਅਜੇ 10-20 ਕਦਮ ਤੁਰਿਆ ਤੇ ਉਸ ਸ਼ਾਹੀ ਰਸਤੇ ਦੇ ਇੱਕ ਪਾਸੇ ਇੱਕ ਮੰਗਤਾ ਬੈਠਾ ਹੋਇਆ ਭਿਖਾਰੀ ਹੈ।
ਰਾਜੇ ਨੇ ਉਸ ਭਿਖਾਰੀ ਵੱਲ ਦੇਖਿਆ, ਭਿਖਾਰੀ ਨੇ ਰਾਜੇ ਵੱਲ ਦੇਖਿਆ, ਦੋਨਾਂ ਨੇ ਇੱਕ ਦੂਜੇ ਵੱਲ ਦੇਖਿਆ ਤੇ ਮੰਗਤਾ ਬੈਠਾ ਰਿਹਾ। ਭਿਖਾਰੀ ਉੱਠਿਆ ਨਹੀਂ। ਰਾਜੇ ਨੂੰ ਗੁੱਸਾ ਆਇਆ, ਇਹਨੇ ਮੈਨੂੰ ਦੇਖਿਆ ਕਿ ਰਾਜਾ ਸਲਾਮਤ ਆ ਰਹੇ ਨੇ, ਮੈਨੂੰ ਦੇਖ ਕੇ ਉੱਠਿਆ ਨਹੀਂ, ਮੇਰਾ ਸਵਾਗਤ ਨਹੀਂ ਕੀਤਾ। ਗੁੱਸੇ 'ਚ ਭਰ ਕੇ ਉਸ ਮੰਗਤੇ ਦੇ ਕੋਲ ਗਿਆ। ਉਹ ਮੰਗਤਿਆ, ਤੈਨੂੰ ਪਤਾ ਨਹੀਂ ਮੈਂ ਰਾਜਾ? ਤੇਰਾ ਫਰਜ਼ ਬਣਦਾ ਸੀ ਉੱਠ ਕੇ ਮੇਰਾ ਸਨਮਾਨ ਕਰਦਾ, ਤੂੰ ਮੈਨੂੰ ਇੱਜ਼ਤ ਦਿੰਦਾ, ਮਾਣ ਸਤਿਕਾਰ ਦਿੰਦਾ। ਤੂੰ ਮੰਗਤਾ, ਮੈਂ ਐਡਾ ਵੱਡਾ ਰਾਜਾ, ਤੇਰਾ ਫਰਜ਼ ਬਣਦਾ ਸੀ ਮੰਗਤਿਆ ਤੂੰ ਮੇਰਾ ਸਤਿਕਾਰ ਕਰਦਾ, ਮੈਨੂੰ ਇੱਜ਼ਤ ਦਿੰਦਾ, ਮਾਣ ਦਿੰਦਾ। ਉਹ ਮੰਗਤਾ ਆਖਦਾ, ਬਾਦਸ਼ਾਹ ਸਲਾਮਤ, ਤੁਹਾਨੂੰ ਭੁਲੇਖਾ ਲੱਗਾ, ਮੈਂ ਮੰਗਤਾ ਨਹੀਂ ਹਾਂ, ਮੰਗਤੇ ਤੇ ਤੁਸੀਂ ਹੋ। ਮੈਂ ਮੰਗਤਾ ਨਹੀਂ ਹਾਂ, ਮੰਗਤੇ ਤੁਸੀਂ ਹੋ। ਰਾਜਾ ਇੱਕੋਦਮ ਹੈਰਾਨ ਹੋਇਆ, ਗੁੱਸੇ 'ਚ ਬੋਲਿਆ, ਕਿਵੇਂ? ਕਹਿਣ ਲੱਗਾ, ਮੰਗਤੇ ਤੁਸੀਂ ਰਹੇ ਹੋ ਮੇਰੇ ਤੋਂ, ਤੁਸੀਂ ਮੇਰੇ ਤੋਂ ਸਤਿਕਾਰ ਮੰਗ ਰਹੇ ਹੋ, ਮੈਨੂੰ ਸਤਿਕਾਰ ਦੇ, ਇੱਜ਼ਤ ਦੇ। ਤੇ ਜਿਹੜਾ ਮੰਗ ਰਿਹਾ ਮੰਗਤਾ ਤੇ ਉਹ ਹੁੰਦਾ ਹੈ, ਦੇਣ ਵਾਲਾ ਦਾਤਾ ਹੁੰਦਾ ਹੈ। ਤੁਸੀਂ ਮੇਰੇ ਤੋਂ ਮੰਗ ਰਹੇ ਹੋ ਮੈਨੂੰ ਇੱਜ਼ਤ ਦੇ, ਤੇ ਜਿਹੜਾ ਮੰਗ ਰਿਹਾ ਉਹ ਮੰਗਤਾ ਹੈ। ਅੱਗੋਂ ਮੇਰੀ ਮਰਜ਼ੀ ਸਤਿਕਾਰ ਦੇਵਾਂ ਨਾ ਦੇਵਾਂ ਉਹ ਮੇਰੀ ਮਰਜ਼ੀ ਹੈ। ਜਿਹਦੇ ਅੰਦਰ ਅਜੇ ਵੀ ਮੰਗ ਬਾਕੀ ਹੈ ਨਾ, ਉਹ ਮੰਗਤਾ ਹੈ। ਜਿਹੜਾ ਸਤਿਕਾਰ ਵੀ ਮੰਗ ਰਿਹਾ ਨਾ, ਮੰਗਤਾ ਹੈ। ਸਤਿਕਾਰ ਮੰਗਣ ਵਾਲੀ ਚੀਜ਼ ਨਹੀਂ ਹੈ, ਇਹਨੂੰ ਕਮਾਉਣਾ ਪੈਂਦਾ ਹੈ। ਅਸੀਂ ਪਿੱਛੇ ਵਿਚਾਰ ਕੇ ਗਏ ਹਾਂ, ਸੁਣਿਆ, ਪੜ੍ਹ ਪਾਵੇਂ ਮਾਣ, ਇੱਦਾਂ ਮਿਲਦਾ ਹੈ ਮਾਣ, ਮੰਗਿਆ ਥੋੜ੍ਹੇ ਮਿਲਦਾ ਹੈ। ਜਦੋਂ ਮੈਂ ਸਿੱਖ ਜੀਵਨ ਜਾਂਚ ਕੋਰਸ ਕਰਾਉਣਾ ਗੁਰਦੁਆਰਿਆਂ ਦੇ ਵਿੱਚ, ਉਦੋਂ ਇੱਕ ਬੱਚਿਆਂ ਦਾ ਚੈਪਟਰ ਆਉਂਦਾ ਹੈ। ਮਾਤਾ ਪਿਤਾ ਆਖਦੇ ਨੇ ਸਾਡੇ ਬੱਚਿਆਂ ਨੂੰ ਸਿਖਾਓ ਸਾਡਾ ਸਤਿਕਾਰ ਕਰਨ। ਮੈਂ ਆਖਦਾ ਬਿਲਕੁਲ ਨਹੀਂ ਸਿਖਾ ਸਕਦਾ ਇਹ ਗੱਲ। ਕਿਉਂ ਸਿਖਾਵਾਂ? ਸਤਿਕਾਰ ਸਿਖਾਇਆ ਨਹੀਂ ਮਿਲਦਾ, ਮੰਗਿਆ ਨਹੀਂ ਮਿਲਦਾ ਵੀ ਇਹਨਾਂ ਨੂੰ ਕਹੋ ਸਾਨੂੰ ਸਤਿਕਾਰ ਦੇਣ। ਤੁਸੀਂ ਕਰਮ ਉਹ ਕਰੋ ਤੁਹਾਨੂੰ ਸਤਿਕਾਰ ਮਿਲ ਜਾਏ, ਕੰਮ ਉਹ ਕਰੋ ਤੁਹਾਨੂੰ ਇੱਜ਼ਤ ਮਾਣ ਮਿਲ ਜਾਏ, ਮੰਗਿਆ ਨਹੀਂ। ਹੁਣ ਪਿਓ ਤੇ ਸ਼ਰਾਬ ਪੀ ਕੇ ਘਰ ਵੜਿਆ ਹੋਵੇ, ਆਂਦਿਆਂ ਸਾਰ ਘਰ ਵਾਲੇ ਨੂੰ ਕੁੱਟਣ ਲੱਗ ਜਾਏ, ਬੱਚਿਆਂ ਨੂੰ ਗਾਲਾਂ ਕੱਢਣ ਲੱਗ ਜਾਏ, ਸਾਰੇ ਬੱਚੇ ਡਰ ਕੇ ਸਹਿਮੇ ਬੈਠੇ ਹੋਣ, ਮੈਂ ਉਹਨਾਂ ਨੂੰ ਕਹਾਂ ਵੀ ਸਤਿਕਾਰ ਕਰੋ, ਕਿਉਂ ਕਰਨ? ਉਹ ਤੁਸੀਂ ਆਪਣੇ ਅੰਦਰ ਗੁਣ ਐਸੇ ਪੈਦਾ ਕਰੋ ਬੱਚੇ ਸਤਿਕਾਰ ਕਰਨ। ਮੰਗਿਆ ਨਹੀਂ ਮਿਲਦਾ। ਅੱਜ ਮੰਗ ਕੇ ਤੁਸੀਂ ਲੈ ਲਓਗੇ ਬੱਚਿਆਂ ਤੋਂ ਸਤਿਕਾਰ, ਕੱਲ੍ਹ ਨੂੰ 18 ਸਾਲ ਤੋਂ ਟੱਪੇ ਨਹੀਂ, ਘਰਦਿਆਂ ਤੋਂ ਅੱਕੇ ਨਹੀਂ, ਫਿਰ ਗਿਣ ਕੇ ਬਦਲੇ ਵਾਪਸ ਲੈਣਗੇ। ਇਹਨੂੰ ਕਮਾਉਣਾ ਪੈਂਦਾ ਹੈ, ਪ੍ਰਾਪਤ ਕਰਨਾ ਪੈਂਦਾ ਹੈ, ਅਰਨ ਕਰਨਾ ਪੈਂਦਾ ਇਹਨੂੰ। ਔਰ ਜਿਹਦੀ ਮੰਗ ਬਾਕੀ ਹੈ ਨਾ, ਮੈਨੂੰ ਕੁਛ ਮਿਲੇ, ਉਹ ਜੇ ਮੰਗਤਾ ਹੈ। ਜਿਹਦੀ ਭੁੱਖ ਬਾਕੀ ਹੈ, ਉਹ ਰਾਜ ਤਖਤ ਤੇ ਬੈਠਾ ਵੀ ਭਿਖਾਰੀ ਹੈ। ਭਿਖਾਰੀ ਦਾ ਸੰਬੰਧ ਭੁੱਖ ਨਾਲ ਹੈ। ਤੇ ਜਿਹੜਾ ਕਹਿ ਦਿੰਦਾ ਨਾ ਰੱਜ ਗਿਆ, ਉਹ ਰਾਜਾ ਹੋ ਗਿਆ। ਟੁੱਟੀ ਹੋਈ ਝੌਂਪੜੀ ਹੈ, ਫਟੇ ਪੁਰਾਣੇ ਕੱਪੜੇ ਨੇ, ਕੋਈ ਰਿਸ਼ਤੇਦਾਰ ਮਿੱਤਰ ਵੀ ਸਾਥ ਦੇਣ ਨੂੰ ਤਿਆਰ ਨਹੀਂ, ਜੇਬ 'ਚ ਟਕਾ ਪੈਸਾ ਨਹੀਂ, ਪਰ ਆਖਦਾ ਮਾਲਕਾ ਸ਼ੁਕਰ ਜੀਵਨ ਤੇ ਦਿੱਤਾ ਨਾ, ਰੱਜ ਗਿਆ, ਉਹ ਰਾਜਾ ਹੋ ਗਿਆ। ਬਸਤਾ ਟੂਟੀ ਝੁੰਪੜੀ, ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ, ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਤਨ ਰੂਪਹੀਣ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਉਹ ਸ੍ਰਿਸ਼ਟੀ ਦਾ ਰਾਜਾ ਹੈ, ਜਿਹੜਾ ਰੱਬੀ ਨਾਮ 'ਚ ਪਿੰਨਿਆ ਗਿਆ, ਸਬਰ ਸੰਤੋਖ ਵਿੱਚ ਰੱਜ ਗਿਆ। ਤਿਸ ਕੀ ਧੂੜ ਮਨ ਉਧਰਿਆ, ਪ੍ਰਭ ਹੋਏ ਸੋ ਪ੍ਰਸੰਨਾ। ਗੁਰੂ ਦੀ ਸੱਚੀ ਸਿੱਖਿਆ ਸੁਣ ਕੇ ਪਤਾ ਲੱਗ ਜਾਂਦਾ ਹੈ, ਜਿਹੜੇ ਆਹ ਸ਼ੇਖ ਪੀਰ ਪਾਤਸ਼ਾਹ ਰਾਜੇ ਇਹ ਕਿੱਥੇ ਕੁ ਖੜੇ ਨੇ, ਤੇ ਮੇਰਾ ਰੱਬ ਕਿੰਨਾ ਮਹਾਨ ਹੈ। ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਉਹ ਸੱਚਾ ਪਾਤਸ਼ਾਹ ਹੋ ਜਾਂਦਾ ਹੈ, ਸੱਚੇ ਪਾਤਸ਼ਾਹ ਦਾ ਰੂਪ ਹੋ ਜਾਂਦਾ ਹੈ। ਸੁਣਿਆ ਅੰਧੇ ਪਾਵੇਂ ਰਾਹ। ਗੁਰੂ ਜੀ ਦੀ ਸੱਚੀ ਸਿੱਖਿਆ ਨੂੰ ਸੁਣਨ ਦੇ ਨਾਲ ਅੰਨਿਆਂ ਨੂੰ ਰਸਤਾ ਮਿਲ ਜਾਂਦਾ ਹੈ। ਅੰਨੇ ਕਿਹੜੇ ਨੇ? ਜਿਨ੍ਹਾਂ ਦੇ ਅੱਖਾਂ ਨਹੀਂ ਲੱਗੀਆਂ, ਉਹ ਨੇ ਅੰਨੇ ਨੇ, ਜਿਹੜੇ ਅੱਖਾਂ ਤੋਂ ਦੇਖ ਨਹੀਂ ਸਕਦੇ। ਗੁਰੂ ਜੀ ਆਖਦੇ ਨਹੀਂ, ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਣ ਨਾ ਹੈ। ਲੋਇਣ ਮੈਨੇ ਅੱਖਾਂ, ਜਿਨ੍ਹਾਂ ਦੇ ਮੂੰਹ ਤੇ ਅੱਖਾਂ ਨਹੀਂ, ਅੰਨੇ ਉਹ ਨਹੀਂ। ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾਏ। ਜਿਹੜੇ ਮਾਲਕ ਦੇ ਨਾਲੋਂ ਟੁੱਟੇ ਹੋਏ ਨੇ, ਅੰਨੇ ਤੇ ਉਹ ਨੇ। ਭਾਈ ਗੁਰਮੇਜ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਬੜੇ ਪਿਆਰ ਵਿੱਚ ਭਿੱਜ ਕੇ ਕੀਰਤਨ ਕਰਦੇ ਨੇ। ਮਿੱਠੀ ਸੁਰੀਲੀ ਆਵਾਜ਼ ਹੈ, ਪਰ ਅੱਖਾਂ ਤੋਂ ਅੰਨੇ ਨੇ। ਪਰ ਅਸੀਂ ਉਹਨਾਂ ਨੂੰ ਅੰਨੇ ਕਵਾਂਗੇ? ਨਹੀਂ, ਅਸੀਂ ਇਹਨਾਂ ਨੂੰ ਅੰਨੇ ਨਹੀਂ ਕਵਾਂਗੇ, ਅੰਨੇ ਤੇ ਅਸੀਂ ਹਾਂ। ਉਹ ਤੇ ਗਿਆਨਵਾਨ ਨੇ, ਉਹਨਾਂ ਕੋਲ ਗਿਆਨ ਦੇ ਨੇਤਰ ਹਨ, ਜਿਹੜੇ ਗੁਰਬਾਣੀ ਦਾ ਕੀਰਤਨ ਪ੍ਰੇਮ ਵਿੱਚ ਭਿੱਜ ਕੇ ਕਰ ਰਹੇ ਨੇ। ਉਹਨਾਂ ਨੇ ਤੇ ਐਡਾ ਮਹਾਨ ਕਾਰਜ ਕੀਤਾ, ਬ੍ਰੇਲ ਲਿਪੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰ ਦਿੱਤਾ। ਜਿਹੜੇ ਅੱਖਾਂ ਤੋਂ ਅੰਨੇ ਨੇ ਉਹ ਵੀ ਹੁਣ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਸਕਣਗੇ। ਐਡਾ ਵੱਡਾ ਝੋਲੀ 'ਚ ਖਜ਼ਾਨਾ ਪਾ ਦਿੱਤਾ। ਭਾਈ ਗੋਪਾਲ ਸਿੰਘ ਜੀ, ਭਾਈ ਲਖਵਿੰਦਰ ਸਿੰਘ ਜੀ ਹੁਣ ਬੜਾ ਪ੍ਰੇਮ 'ਚ ਭਿੱਜ ਕੇ ਕੀਰਤਨ ਕਰਦੇ ਨੇ। ਅਸੀਂ ਉਹਨਾਂ ਨੂੰ ਅੰਨੇ ਕਵਾਂਗੇ? ਅੰਨੇ ਤੇ ਅਸੀਂ ਹਾਂ। ਉਹਨਾਂ ਨੂੰ ਤਾਂ ਬੇਅੰਤ ਬਾਣੀ ਯਾਦ ਹੈ, ਕਿੰਨੇ ਸ਼ਬਦ, ਕਿੰਨੀ ਬਾਣੀ ਯਾਦ ਹੈ, ਕੀਰਤਨ ਕਰ ਰਹੇ ਨੇ ਗੁਰਬਾਣੀ ਦਾ। ਸਾਨੂੰ ਤੇ ਜਪਜੀ ਸਾਹਿਬ ਦੀਆਂ 5 ਪੌੜੀਆਂ ਵੀ ਯਾਦ ਨਹੀਂ ਹੋ ਰਹੀਆਂ, ਫਿਰ ਅਸਲੀ ਅੰਨੇ ਕਿਹੜੇ ਹੋਏ? ਅੰਨੇ ਤੇ ਅਸੀਂ ਹੋਏ ਨਾ। ਸਾਨੂੰ ਤੇ ਜਪਜੀ ਸਾਹਿਬ ਦਾ ਪਾਠ ਵੀ ਜ਼ਬਾਨੀ ਯਾਦ ਨਹੀਂ।
ਅਸੀਂ ਅੰਨੇ ਹਾਂ, ਸੱਚ ਤੋਂ ਅੱਖਾਂ ਮੀਟ ਲਈਆਂ, ਅੰਨੇ ਹੋ ਗਏ। ਅੰਨਾ ਅਸਲੀ ਉਹ ਹੈ ਜਿਹਨੂੰ ਸੱਚ ਦਾ ਪਤਾ ਹੈ ਪਰ ਬੋਲ ਨਹੀਂ ਰਿਹਾ, ਜਿਹਨੂੰ ਇਮਾਨਦਾਰੀ ਦਾ ਪਤਾ ਹੈ ਵਰਤ ਨਹੀਂ ਰਿਹਾ, ਬੇਈਮਾਨੀ ਕਰ ਰਿਹਾ ਹੈ। ਅੰਨਾ ਤੇ ਉਹ ਹੈ ਜਿਹਨੂੰ ਪਤਾ ਹੈ ਕਿ ਮੇਰੇ ਮੰਤਰਾਂ ਨਾਲ, ਮੇਰੇ ਸੇਬਾਂ ਨਾਲ ਕਿਸੇ ਨੂੰ ਪੁੱਤਰ ਨਹੀਂ ਮਿਲ ਜਾਣਾ, ਫਿਰ ਵੀ ਦੁਨੀਆ ਨੂੰ ਗੁੰਮਰਾਹ ਕਰ ਰਿਹਾ, ਠੱਗ ਰਿਹਾ, ਲੋਕਾਂ ਨੂੰ ਲੁੱਟ ਰਿਹਾ। ਅੰਨਾ ਅਗਿਆਨਤਾ ਵਿੱਚ ਉਹ ਹੈ, ਅਗਿਆਨਤਾ ਵਿੱਚ ਅੰਨੇ। ਅਗਿਆਨਤਾ ਵਿੱਚ ਅਸੀਂ ਅੰਨੇ ਹਾਂ ਜਿਹੜੇ ਸੇਬ ਲੈ ਕੇ ਪੁੱਤਰ ਦੀ ਇੱਛਾ ਰੱਖ ਰਹੇ ਹਾਂ। ਸੇਬ ਖਾਵਾਂਗੇ ਪੁੱਤਰ ਹੋ ਜਾਏਗਾ। ਬਾਬਾ ਲੋਟਰੀ ਦਿੰਦਾ ਹੈ, 51 ਰੁਪਏ 'ਚ ਲੋਟਰੀ ਦਾ ਨੰਬਰ ਦੱਸ ਦਿੰਦਾ ਹੈ, ਲੱਖ ਰੁਪਏ ਦੀ ਲੋਟਰੀ ਨਿਕਲ ਆਉਂਦੀ ਹੈ। ਉਹ ਬਾਬਾ ਵੀ ਅੰਨੇ, ਅਸੀਂ ਵੀ ਅੰਨੇ ਹਾਂ। ਬਾਬਾ ਅੰਨੇ, ਉਹ 50 ਰੁਪਏ 51 ਰੁਪਏ ਲੈ ਕੇ ਲੋਟਰੀ ਦਾ ਨੰਬਰ ਦੇ ਰਿਹਾ, ਤੁਹਾਡੀ 1 ਕਰੋੜ ਦੀ ਲੋਟਰੀ ਨਿਕਲ ਜਾਏਗੀ। ਅਤੇ ਜੇ ਉਹਦੇ ਨੰਬਰ ਨਾਲ 1 ਕਰੋੜ ਦੀ ਲਾਟਰੀ ਨਿਕਲਦੀ, ਉਹ ਆਪ ਨਹੀਂ ਲੋਟਰੀ ਪਾ ਲਏਗਾ, ਉਹ ਆਪ ਕਰੋੜ ਰੁਪਇਆ ਜਿੱਤ ਲਏਗਾ। ਨਹੀਂ, ਉਹਨੇ ਰੱਖਣਾ ਤੇ ਸਮਾਜ ਦੇ ਭਲੇ ਲਈ ਵਰਤ ਲਏਗਾ। ਪਰ ਉਹ ਅਗਿਆਨਤਾ 'ਚ ਅੰਨ੍ਹੇ, ਉਹ ਦੇ ਰਿਹਾ ਨੰਬਰ, ਲੋਕਾਂ ਨੂੰ ਤੜਾ ਤੜ ਦੇ ਰਿਹਾ। ਅਤੇ ਲੈਣ ਵਾਲੇ ਵੀ ਅੰਨੇ ਨੇ, ਸੋਚਦੇ ਨੇ ਆ ਲੋਟਰੀ ਦਾ ਨੰਬਰ ਲੈ ਕੇ 50 ਰੁਪਏ 'ਚ ਅਸੀਂ ਕਰੋੜ ਰੁਪਇਆ ਕਮਾ ਲਵਾਂਗੇ। ਜੋਤਸ਼ੀ ਨੂੰ ਪਤਾ ਹੈ ਮੇਰਾ ਜੋਤਿਸ਼ ਝੂਠ ਹੈ, ਪਰ ਦੁਨੀਆ ਨੂੰ ਗੁੰਮਰਾਹ ਕਰ ਰਿਹਾ। ਆਓ 24 ਘੰਟੇ 'ਚ ਤੁਹਾਡੇ ਰੋਗ ਕੱਟ ਦਿਆਂਗਾ। ਪਰ ਜਦੋਂ ਕਰੋਨਾ ਬਿਮਾਰੀ ਆਈ, ਉਦੋਂ ਇੱਕ ਵੀ ਜੋਤਸ਼ੀ ਸਾਹਮਣੇ ਨਹੀਂ ਆਇਆ ਸੀ ਕਰੋਨਾ ਕੱਟ ਦਿਆਂਗੇ। ਹੁਣ ਕਿੱਥੇ ਗਏ? 24 ਘੰਟੇ 'ਚ ਸਮੱਸਿਆਵਾਂ ਦਾ ਹੱਲ ਕਰਨ ਵਾਲੇ ਕਿੱਥੇ ਚਲੇ ਗਏ? ਜੇ ਤੁਹਾਨੂੰ ਕਰੋਨਾ ਹੋਇਆ, ਜਿਹੜੇ ਬਾਬੇ ਨੂੰ, ਜੋਤਸ਼ੀ ਤਾਂਤਰਿਕ ਨੂੰ ਤੁਸੀਂ ਮੰਨਦੇ ਹੋ ਨਾ, ਉਹਦੇ ਕੋਲ ਜਾਓ, ਉਹਨੂੰ ਕਹੋ ਬਾਬਾ ਜੀ ਮੈਨੂੰ ਕਰੋਨਾ ਹੋਇਆ ਹੈ, ਮੈਂ ਤੁਹਾਡੇ ਚਰਨ ਚੁੰਮਣੇ ਚਾਹੁੰਦਾ, ਮੈਂ ਠੀਕ ਹੋ ਜਾਵਾਂ। ਬਾਬਾ ਚੀਕਾਂ ਮਾਰਦਾ ਦੌੜੇਗਾ ਕਿ ਮੈਨੂੰ ਨਾ ਕਰਾ ਦੇ ਤੂੰ, ਪਰ ਤੂੰ ਦੂਰ ਰਹਿ। ਕਿੱਥੇ ਗਏ? ਅਸਲੀਅਤ ਨਹੀਂ ਹੈ। ਯਾਦ ਰੱਖਿਓ, ਜਪਜੀ ਸਾਹਿਬ ਦੀ ਬਾਣੀ ਸਮਝੀ ਹੁੰਦੀ, ਇੱਕ ਤੁਕ ਸਮਝੀ ਹੁੰਦੀ, ਜੇ ਇੱਕ ਗੁਰ ਕੀ ਸਿੱਖ ਸੁਣੀ ਇਹ ਹੁੰਦੀ ਨਾ, ਅਸੀਂ ਨਾ ਮਹਿਮਾ ਭਰਮਾਂ ਪਖੰਡਾਂ 'ਚ ਪੈਣਾ ਹੀ ਨਹੀਂ ਸੀ। ਕਿਉਂਕਿ ਗੁਰੂ ਜੀ ਤੇ ਇਹ ਕਹਿ ਰਹੇ ਨੇ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜਿਹੜਾ ਸਭ ਨੂੰ ਦਾਤਾਂ ਦਿੰਦਾ ਨਾ, ਉਹ ਇੱਕੋ ਹੀ ਦਾਤਾ ਹੈ, ਮੈਨੂੰ ਭੁੱਲ ਨਾ ਜਾਏ। ਮੈਂ ਉਸ ਇੱਕ ਦਾਤੇ ਨੂੰ ਛੱਡ ਕੇ ਪਖੰਡੀ ਜੋਤਸ਼ੀਆਂ, ਤਾਂਤਰਿਕਾਂ, ਬਾਬਿਆਂ ਪਿੱਛੇ ਜਾਵਾਂ ਹੀ ਨਾ। ਜੇ ਇੰਨੀ ਵੀ ਇੱਕ ਸਿੱਖਿਆ ਸਮਝੀ ਹੁੰਦੀ, ਅਸੀਂ ਇਹਨਾਂ ਦਾ ਲੜ ਛੱਡ ਦੇਣਾ ਸੀ। ਅਸੀਂ ਇਹਨਾਂ ਦੇ ਡੇਰਿਆਂ, ਪਖੰਡਾਂ ਦੀਆਂ ਦੁਕਾਨਾਂ 'ਤੇ ਜਾਣਾ ਛੱਡ ਦੇਣਾ ਸੀ। ਇੱਕ ਵੀ ਸਿੱਖਿਆ ਸੁਣੀ ਹੁੰਦੀ ਕਿ ਮੇਰੇ ਗੁਰੂ ਨੇ ਕਿਹਾ ਕਿ ਸਭਨਾ ਜੀਆਂ ਕਾ ਇੱਕ ਦਾਤਾ, ਦਾਤਾ ਇੱਕੋ ਹੀ ਜਿਹੜਾ ਦੇ ਸਕਦਾ, ਹੋਰ ਕੋਈ ਨਹੀਂ ਦੇ ਸਕਦਾ। ਉਹੀ ਜੀਵਨ ਦਿੰਦਾ, ਉਹੀ ਮੌਤ ਦਿੰਦਾ, ਉਹੀ ਸੁੱਖ ਪਦਾਰਥ ਦਿੰਦਾ ਹੈ। ਮਾਨੁਖ ਕੀ ਟੇਕ ਬਿਰਥੀ ਸਭ ਜਾਨ। ਜੇ ਸੁਖਮਨੀ ਸਾਹਿਬ ਵੀ ਧਿਆਨ ਨਾਲ ਵਿਚਾਰੀ ਹੁੰਦੀ, ਬੰਦਿਆਂ ਦੇ ਆਸਰੇ ਅਸੀਂ ਛੱਡ ਦੇਣੇ ਸਨ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਹੋ ਇੱਕ ਹੈ ਭਗਵਾਨ, ਜਿਸ ਕੈ ਦੀਏ ਰਹਿ ਅਘਾਏ, ਬਹੁਰ ਨਾ ਤ੍ਰਿਸ਼ਨਾ ਲਾਗੇ ਆਏ, ਮਾਰੇ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਹੀਂ ਹਾਥ। ਜੇ ਗਿਆਨ ਹੁੰਦਾ, ਗੁਰੂ ਦਾ ਗਿਆਨ ਮਿਲ ਜਾਏ, ਅਗਿਆਨਤਾ ਦਾ ਹਨੇਰਾ ਕੱਟਿਆ ਜਾਂਦਾ ਹੈ, ਗਿਆਨ ਦੀਆਂ ਅੱਖਾਂ ਮਿਲ ਜਾਂਦੀਆਂ ਨੇ। ਸੁਣਿਆ ਅੰਧੇ ਪਾਵੇਂ ਰਾਹ, ਅਗਿਆਨਤਾ ਵਿੱਚ ਅੰਨਿਆਂ ਨੂੰ ਰਸਤਾ ਲੱਭ ਜਾਂਦਾ ਹੈ। ਗੁਰੂ ਗਿਆਨ ਦਾ ਇੱਕ ਰਸਤਾ ਦੇ ਦਿੰਦਾ ਹੈ, ਇਸ ਪਾਸੇ ਆ ਜਾਓ। ਸਾਨੂੰ ਬਾਣੀ ਦੀ ਸਮਝ ਆ ਜਾਂਦੀ ਹੈ, ਜ਼ਿੰਦਗੀ ਜਿਉਣ ਦੀ ਜੁਗਤੀ ਆ ਜਾਂਦੀ ਹੈ। ਸੁਣਿਆ ਹਾਥ ਹੋਵੇ ਅਸਗਾ, ਅਸਗਾ ਅਥਾਹ ਸਮੁੰਦਰ, ਹਾਥ ਹੋਵੇ ਮੇਰੇ ਹੱਥ 'ਚ ਆ ਜਾਂਦਾ ਹੈ, ਸਮੁੰਦਰ ਵੀ ਉਹਨਾਂ ਦੇ ਅਧੀਨ। ਭਾਵ ਕਾਮ, ਕ੍ਰੋਧ, ਦੋ, ਮੋਹ, ਹੰਕਾਰ, ਪਾਪਾਂ, ਵਿਕਾਰਾਂ ਦਾ ਸਾਗਰ ਅੰਦਰ ਭਰਿਆ ਹੋਇਆ। ਇਹਨੂੰ ਤਰ ਜਾਈਦਾ ਹੈ, ਇੰਨਾ ਸੌਖਾ ਤਰ ਜਾਈਦਾ। ਮਨ ਨੂੰ ਜਿਵੇਂ ਮੀਂਹ ਪਿਆ ਹੋਵੇ ਤੇ ਮਿੱਟੀ ਗਿੱਲੀ ਹੋਵੇ, ਗਿੱਲੀ ਮਿੱਟੀ ਦੇ ਵਿੱਚ ਕੋਈ ਵੱਛਾ, ਗਾਂ ਦਾ ਵੱਛਾ ਜਿਹੜਾ ਉਹ ਲੰਘ ਜਾਏ, ਉਹਦਾ ਪੈਰ ਖੁੱਭ ਜਾਏ ਗਿੱਲੀ ਮਿੱਟੀ ਵਿੱਚ, ਇੱਕ ਟੋਆ ਬਣ ਜਾਂਦਾ ਹੈ, ਉਹਦੇ 'ਚ ਪਾਣੀ ਭਰ ਜਾਂਦਾ ਹੈ। ਹੁਣ ਛੋਟਾ ਜਿਹਾ ਟੋਆ ਹੈ, ਉਹ ਵੱਛੇ ਦੀ ਪੈੜ ਹੈ ਨਾ, ਵੱਛੇ ਨੇ ਪੈਰ ਰੱਖਿਆ ਅਤੇ ਉਸ ਪੈਰ ਰੱਖਣ ਦੇ ਨਾਲ ਮਿੱਟੀ 'ਚ ਇੱਕ ਛੋਟਾ ਜਿਹਾ ਟੋਆ ਬਣ ਗਿਆ, ਪਾਣੀ ਨਾਲ ਭਰ ਗਿਆ। ਹੁਣ ਉਹਨੂੰ ਟੱਪਣਾ ਕਿਤੇ ਔਖਾ ਹੈ, ਇੱਕ ਬੱਚਾ ਵੀ ਟੱਪ ਜਾਂਦਾ ਛਾਲ ਮਾਰ ਕੇ। ਹੁਣ ਸਾਗਰ ਨੂੰ ਤਰਨਾ ਇੱਦਾਂ ਜਿਵੇਂ ਮੰਨ ਲਓ ਇੱਕ ਛੋਟੇ ਜਿਹੇ ਟੋਏ ਨੂੰ ਛਾਲ ਮਾਰ ਕੇ ਟੱਪਣਾ ਹੋਵੇ। ਗੁਰੂ ਜੀ ਬਾਣੀ 'ਚ ਆਖਦੇ ਨੇ, ਸਾਗਰ ਤਰਿਓ ਬਾਛਰ ਖੋਜ। ਸਮੁੰਦਰ ਇੱਦਾਂ ਤਰ ਲਿਆ ਜਿਵੇਂ ਵੱਛੇ ਦੇ ਪੈਰ ਦਾ ਖੁਰ ਦਾ ਜਿਹੜਾ ਛੋਟਾ ਜਿਹਾ ਪਾਣੀ ਦਾ ਬਣਿਆ ਛੱਪੜ, ਉਹਨੂੰ ਤਰਨਾ ਹੋਵੇ, ਇੱਦਾਂ ਆਸਾਨੀ ਨਾਲ ਤਰ ਗਏ। ਗੁਰੂ ਦਾ ਗਿਆਨ ਸਾਡੀ ਜ਼ਿੰਦਗੀ ਵਿੱਚ ਸਾਰਿਆਂ ਵਿਕਾਰਾਂ ਨੂੰ ਆਸਾਨੀ ਨਾਲ ਖਤਮ ਕਰ ਦਿੰਦਾ ਹੈ। ਵਿਕਾਰਾਂ ਦੇ ਸਾਗਰ ਨੂੰ ਤਰਨਾ ਇੱਦਾਂ, ਮਨ ਨੂੰ ਛੋਟਾ ਜਿਹਾ ਕਿਸੇ ਦਾ ਪੈਰ ਪਾਣੀ ਨਾਲ ਭਰਿਆ ਉਹ ਟੱਪਣਾ ਹੋਵੇ। ਸਾਗਰ ਤਰਿਓ ਬਾਛਰ ਖੋਜ। ਸੁਣਿਆ ਹਾਥ ਹੋਵੇ ਅਸਗਾ, ਨਾਨਕ ਭਗਤਾਂ ਸਦਾ ਵਿਗਾਸ। ਹੇ ਨਾਨਕ, ਭਗਤਾਂ ਦੀ ਜ਼ਿੰਦਗੀ 'ਚ ਸਦਾ ਹੀ ਖੇੜਾ ਹੈ। ਹਰ ਹਾਲਾਤ ਵਿੱਚ ਉਹ ਪ੍ਰਸੰਨ, ਆਨੰਦਿਤ, ਹਰ ਹਾਲ ਦੇ ਵਿੱਚ ਉਹ ਖੇੜੇ ਵਿੱਚ ਰਹਿੰਦੇ ਨੇ। ਸੁਣਿਆ ਦੁੱਖ ਪਾਪ ਕਾ ਨਾਸ। ਗੁਰੂ ਦੀ ਸੱਚੀ ਸਿੱਖਿਆ ਸੁਣਿਆ, ਉਹਨਾਂ ਦੇ ਦੁੱਖ ਪਾਪ ਮੁੱਕ ਜਾਂਦੇ ਨੇ। ਉਹਨਾਂ ਨੂੰ ਕਪਾਲ ਭਾਤੀ, ਸਾਹ ਤਾਂ ਠਾਂ ਕਰਨ ਦੀ ਲੋੜ ਜਾਂ ਇਸ ਤਰ੍ਹਾਂ ਦੇ ਕਰਮ ਕਰਕੇ
ਆਤਮਿਕ ਪ੍ਰਸੰਨਤਾ ਲੈਣ ਦੀ ਲੋੜ ਨਹੀਂ ਪੈਂਦੀ। ਇਹ ਸਰੀਰਕ ਕਸਰਤਾਂ ਤੇ ਹੋ ਸਕਦੀਆਂ ਨੇ, ਪਰ ਆਤਮਿਕ ਸ਼ਾਂਤੀ ਵਾਸਤੇ, ਆਤਮਿਕ ਆਨੰਦ ਵਾਸਤੇ ਉਹ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰ ਲੈਂਦੇ ਨੇ। ਦਇਆ, ਪ੍ਰੇਮ, ਨਿਮਰਤਾ, ਸੱਚ, ਇਹਨਾਂ ਸ਼ੁਭ ਗੁਣਾਂ ਨੂੰ ਧਾਰ ਲੈਂਦੇ ਨੇ। ਫਿਰ ਉਹ ਜੰਗਲ ਪਹਾੜ ਜਾ ਕੇ ਕਰਮਕਾਂਡ ਨਹੀਂ ਕਰਦੇ ਸਾਧਾਂ ਜੋਗੀਆਂ ਵਾਲੇ, ਉਹ ਨੌਕਰੀ ਪੇਸ਼ਾ ਹੁੰਦੇ ਨੇ, ਗ੍ਰਸਤ ਵਿੱਚ ਰਹਿ ਕੇ 10 ਨੋਆਂ ਦੀ ਸੱਚੀ ਸੁੱਚੀ ਕਿਰਤ ਕਰਦੇ ਨੇ, ਵੰਡ ਕੇ ਛਕਦੇ ਨੇ, ਗਰੀਬ ਲੋੜਵੰਦ ਦੀ ਮਦਦ ਕਰਦੇ ਨੇ, ਰੱਬੀ ਸ਼ੁਕਰਾਨੇ ਵਿੱਚ ਨਾਮ ਜਪ ਕੇ ਜ਼ਿੰਦਗੀ ਬਤੀਤ ਕਰਦੇ ਨੇ। ਉਹਨਾਂ ਦੇ ਦੁੱਖ ਪਾਪ ਨਾਸ਼ ਹੋ ਜਾਂਦੇ ਨੇ। ਸੁਣਿਆ, ਦੁੱਖ ਪਾਪ ਕਾ ਨਾਸ਼। ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਨ ਨਾਲ ਜੀਵਨ ਦੇ ਵਿੱਚੋਂ ਦੁੱਖਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਅਸੀਂ ਵੀ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਜੀਵਨ ਵਿੱਚ ਧਾਰ ਲਈਏ, ਸਾਡਾ ਜੀਵਨ ਸਫਲ ਹੋ ਸਕੇ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਭੁੱਲਾਂ ਖਿਮਾ ਕਰਨੀਆਂ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।